हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਇਲੈਕਟ੍ਰੋਕੈਮਿਸਟਰੀ। ਨੈਕਸਟ ਇਜ਼ ਦਾ ਫਿਊਲ ਸੈਲ। ਇਹ ਵੀ ਸਿਲੇਬਸ ਦੇ ਵਿੱਚ ਮੈਂਸ਼ਨ ਹੈਗਾ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਇਵਨ +2 ਦੇ ਸਿਲੇਬਸ 'ਚ ਵੀ ਬਹੁਤ ਇੰਪੋਰਟੈਂਟ ਹੈਗਾ। ਦੈਨ ਸਾਡੇ ਮਾਸਟਰ ਕਿਟ ਲਈ ਵੀ ਬਹੁਤ ਇੰਪੋਰਟੈਂਟ ਹੈ। ਵਟ ਇਜ਼ ਫਿਊਲ ਸੈਲ? ਫਿਊਲ ਸੈਲ ਕੀ ਹੁੰਦੇ ਆ? ਦੇਖੋ ਇਹਨਾਂ ਵਿੱਚ ਕੀ ਹੁੰਦਾ, ਜਿੱਦਾਂ ਕੋਈ ਵੀ ਫਿਊਲ ਹੈਗਾ, ਲਾਈਕ ਕੋਈ ਹਾਈਡਰੋਕਾਰਬਨਸ ਹੈਗੇ ਲਾਈਕ H2CO ਐਂਡ ਮੀਥੇਨ। ਇਹਨਾਂ ਤੋਂ ਫਿਊਲ ਜਦੋਂ ਜਲਦਾ ਨਾ, ਜਲਣ ਤੇ ਜਿਹੜੀ ਕੰਬਸ਼ਨ ਹੁੰਦੀ, ਕੰਬਸ਼ਨ ਹੋਣ ਤੇ એનર્ਜੀ ਨਿਕਲਦੀ ਆ, ਉਹ એનર્ਜੀ ਡਾਇਰੈਕਟਲੀ ਕਿਚ ਕਨਵਰਟ ਹੋ ਜਾਂਦੀ ਇਲੈਕਟ੍ਰੀਕਲ એનર્ਜੀ 'ਚ। ਇੱਕ ਇਦਾਂ ਦਾ ਡਿਵਾਈਸ ਹੁੰਦਾ, ਸੈਲ ਇੱਕ ਡਿਵਾਈਸ ਹੀ ਹੈ। ਡਿਵਾਈਸ ਦੇ ਵਿੱਚ ਕੀ ਹੋ ਰਿਹਾ ਕਿ ਜਿਹੜੀ ਸਾਨੂੰ એનર્ਜੀ ਮਿਲੀ ਨਾ ਕੰਬਸ਼ਨ ਆਫ ਫਿਊਲ ਤੋਂ, ਆਹ ਵਾਲੇ ਜਿਹੜੇ ਫਿਊਲ ਲਿਖੇ ਮੈਂ ਹਾਈਡਰੋਜਨ, ਕਾਰਬਨ ਮੋਨੋਆਕਸਾਈਡ, ਮੀਥੇਨ, ਇਹਨਾਂ ਤੋਂ ਜਿਹੜੀ ਕੰਬਸ਼ਨ ਜਲਣ ਤੇ એનર્ਜੀ ਨਿਕਲੀ, that directly converted into electrical energy, that is called fuel cell। बहुत कॉमन एग्जांपल हैगी ਜਿਹੜਾ ਫਿਊਲ ਸੈਲ ਯੂਜ਼ ਕੀਤਾ ਜਾਂਦਾ, that is ਹਾਈਡਰੋਜਨ ਆਕਸੀਜਨ ਫਿਊਲ ਸੈਲ। ਬਹੁਤ ਜ਼ਿਆਦਾ ਈਜ਼ੀ ਹੈਗਾ ਇਹ ਉਹਦੀ ਕੁਝ ਰਿਪਰੈਜ਼ੈਂਟੇਸ਼ਨ ਇੱਧਰ ਦਿੱਤੀ ਹੋਈ ਆ। ਇਹ ਵਾਲਾ ਫਿਊਲ ਸੈਲ ਕਿਹੜਾ ਹੈਗਾ ਹੈ? H2O2 ਫਿਊਲ ਸੈਲ। H2O2 ਫਿਊਲ ਸੈਲ। ਇਹਦੇ ਵਿੱਚ ਕੀ ਆ? this is anode compartment and this is cathode compartment। ਇਹ ਵਾਲਾ ਹਾਈਡਰੋਜਨ ਜਿਹੜੀ ਫੈਡ ਕੀਤੀ ਜਾਂਦੀ ਹੈ that is to the anode compartment and ਉਹਦੀ ਕੀ ਹੋ ਜਾਏਗੀ? obviously anode ਤੇ ਕੀ ਹੁੰਦੀ ਹੈ? ਆਕਸੀਡੇਸ਼ਨ। ਯਾਨੀ ਇਹਦੀ ਕੀ ਹੋ ਜਾਏਗੀ? ਆਕਸੀਡੇਸ਼ਨ। ਇਹ ਕਈ ਵਾਰੀ ਨਾ ਛੋਟੀਆਂ ਛੋਟੀਆਂ ਚੀਜ਼ਾਂ ਪੇਪਰ 'ਚ ਪੁੱਛ ਲਈਆਂ ਜਾਂਦੀਆਂ। ਆਕਸੀਜਨ ਜਿਹੜਾ ਆ ਉਹਨੂੰ ਕੈਥੋਡ ਜਿਹੜਾ ਕੰਪਾਰਟਮੈਂਟ ਉਹਦੇ ਵਿੱਚ ਫੈਡ ਕੀਤਾ ਗਿਆ, that means ਇਹਦੀ ਕੀ ਹੋਏਗੀ? ਇਹ ਰਿਡਿਊਸ ਹੋ ਜਾਏਗਾ। ਕਲੀਅਰ? ਇਹ ਆਕਸੀਡਾਈਜ਼ ਹੋਏਗਾ ਤੇ ਉਹ ਕੀ ਹੋਏਗਾ? ਰਿਡਿਊਸ ਹੋ ਜਾਏਗਾ। ਇੰਨੀ ਗੱਲ ਪਹਿਲਾਂ ਕਲੀਅਰ। ਫਿਊਲ ਸੈਲ ਦੇ ਵਿੱਚ ਅਸੀਂ ਇਲੈਕਟ੍ਰੋਲਾਈਟ ਯੂਜ਼ ਕੀਤੀ KOH। ਦੇਖੋ ਤਿੰਨ ਤਰ੍ਹਾਂ ਦੇ ਫਿਊਲ ਸੈਲ 'ਚ ਡਿਵਾਈਡ ਕੀਤਾ ਗਿਆ, ਅਲਕਲੀ ਫਿਊਲ ਸੈਲ, ਫਾਸਫੋਰਿਕ ਐਸਿਡ ਫਿਊਲ ਸੈਲ ਐਂਡ ਮੋਲਟਨ ਕਾਰਬੋਨੇਟ ਫਿਊਲ ਸੈਲ। ਫਰਸਟ, ਸੈਕੰਡ, ਥਰਡ। ਜਿਹਦੇ ਵਿੱਚ ਅਸੀਂ ਅਲਕਲੀ ਯੂਜ਼ ਕਰਦੇ, ਇਹਦਾ ਅਲਕਲੀ ਫਿਊਲ ਸੈਲ ਹੈ, ਇਹਦੇ ਵਿੱਚ KOH ਯੂਜ਼ ਕੀਤਾ। ਇਲੈਕਟ੍ਰੋਲਾਈਟ ਹੈ, ਸਾਰੀਆਂ ਇਲੈਕਟ੍ਰੋਲਾਈਟ ਲਿਖੀਆਂ, ਮਤਲਬ ਜੇ ਕਿਸੇ ਫਿਊਲ ਸੈਲ ਦੇ ਵਿੱਚ ਤੁਸੀਂ KOH ਐਜ਼ ਇਲੈਕਟ੍ਰੋਲਾਈਟ ਯੂਜ਼ ਕਰਦੇ ਹੋ, that means ਉਹ ਕਿਹੜੇ ਹੋਣਗੇ? ਅਲਕਲੀ ਫਿਊਲ ਸੈਲ। ਬਟ ਜੇ ਤੁਸੀਂ H3PO4 ਨਾਮ ਦੀ ਇਲੈਕਟ੍ਰੋਲਾਈਟ ਯੂਜ਼ ਕਰਦੇ ਹੋ, ਦੈਨ ਉਹ ਆਪਾਂ ਉਹਨਾਂ ਨੂੰ ਕਿਸ ਕੈਟਾਗਰਾਈਜ਼ ਕਰਦੇ ਹਾਂ? ਫੋਸਫੈਰਿਕ ਐਸਿਡ ਫਿਊਲ ਸੈਲ। ਲਾਸਟ ਇਜ਼ ਦਾ ਮੋਲਟਨ ਕਾਰਬੋਨੇਟ ਫਿਊਲ ਸੈਲ। ਮੋਲਟਨ ਕਾਰਬੋਨੇਟ ਫਿਊਲ ਸੈਲ ਕੀ ਹੁੰਦੇ? ਜਿਨ੍ਹਾਂ 'ਚ ਅਸੀਂ ਕਾਰਬੋਨੇਟਸ ਯੂਜ਼ ਕਰਾਂਗੇ ਲਾਈਕ K2CO3, ਠੀਕ ਹੈ, ਜਾਂ Li2CO3। ਇਹਨਾਂ ਜਦੋਂ ਕਾਰਬੋਨੇਟ ਜਿਹਨਾਂ 'ਚ ਯੂਜ਼ ਕਰਾਂਗੇ ਉਹ ਕਾਰਬੋਨੇਟਡ ਫਿਊਲ ਸੈਲ ਹੋ ਗਏ। ਜਿਹਨਾਂ 'ਚ ਫਾਸਫੋਰਿਕ ਐਸਿਡ ਯੂਜ਼ ਕੀਤਾ, ਫਾਸਫੋਰਿਕ ਐਸਿਡ ਫਿਊਲ ਸੈਲ ਹੋ ਗਏ। ਜੇ 'ਚ ਕੋਈ ਅਸੀਂ ਅਲਕਲੀ ਲਾਈਕ KOH ਯੂਜ਼ ਕਰ ਲਈ, ਉਹ ਕੀ ਹੋ ਗਏ? ਸਾਡੇ ਕੋਲ ਅਲਕਲੀ ਫਿਊਲ ਸੈਲ। ਸੋ ਤਿੰਨ ਤਰ੍ਹਾਂ ਦੇ ਇਹਨਾਂ ਨੂੰ ਧਿਆਨ ਰੱਖਣਾ। ਤੇ ਇਹਨਾਂ ਵਿੱਚ ਅਸੀਂ ਮਿਥੇਨ ਯੂਜ਼ ਕਰਦੇ ਹਾਂ ਐਜ਼ ਅ ਫਿਊਲ। ਇਹਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ? ਮਿਥੇਨ ਨੂੰ ਯੂਜ਼ ਕਰਦੇ ਹਾਂ ਐਜ਼ ਅ ਫਿਊਲ। ਇਹ ਵੀ ਯਾਦ ਰੱਖਣਾ। ਤੇ ਇੱਕ ZAF ਜਿਹੜਾ ਜ਼ਿੰਕ 에ਅਰ ਫਿਊਲ ਸੈਲ ਜਿਹੜਾ ਆ, ਇਹ ਬਣਾਇਆ ਗਿਆ USA ਦੇ ਵਿੱਚ। ਇਹਦੇ ਵਿੱਚ ਕੀ ਕੀਤਾ ਗਿਆ? ਹਾਈਡਰੋਜਨ ਦੀ ਜਗ੍ਹਾ ਜ਼ਿੰਕ ਨੂੰ ਯੂਜ਼ ਕੀਤਾ ਗਿਆ। ਇਹ ਇੱਕ ਸੋਰਸ ਆਫ ਪਾਵਰ ਹੈ ਇਨ ਦਾ ਆਟੋਮੋਬਾਈਲਸ। ਮਤਲਬ ਜਿਹੜੇ ਆਟੋਮੋਬਾਈਲਸ ਹੁੰਦੇ ਉਹਨਾਂ ਵਿੱਚ ਇੱਕ ਸੋਰਸ ਆਫ ਪਾਵਰ, ਐਜ਼ ਅ ਸੋਰਸ ਆਫ ਪਾਵਰ ਯੂਜ਼ ਕੀਤਾ ਜਾਂਦਾ ਆ। ਦੈਟ ਇਜ਼ ਇਹ ਰੀਸੈਂਟਲੀ ਬਣਾਇਆ ਗਿਆ USA ਦੇ ਵਿੱਚ। ਮਤਲਬ ਟਾਈਮ ਹੋ ਗਿਆ ਉਹਦਾ, ਤਾਂ ਮਤਲਬ ZAFC, ਮਤਲਬ ਉੱਥੇ ਦੀ ਇੱਕ ਨਿਊ ਇਨਵੈਂਸ਼ਨ ਸੀ। ZAFC ਜ਼ਿੰਕ 에ਅਰ ਫਿਊਲ ਸੈਲ ਜਿਹੜਾ USA ਦੇ ਵਿੱਚ ਬਣਾਇਆ ਗਿਆ। ਇਹਦੇ ਵਿੱਚ ਜ਼ਿੰਕ ਨੂੰ ਯੂਜ਼ ਕੀਤਾ ਗਿਆ in the place of ਹਾਈਡਰੋਜਨ। ਜਿੱਦਾਂ ਅਸੀਂ ਉਹਦਾ ਹਾਈਡਰੋਜਨ ਯੂਜ਼ ਕਰਦੇ ਹਾਂ, ਬਟ ਉੱਥੇ ਕੀ ਕੀਤਾ ਗਿਆ? ਜ਼ਿੰਕ ਦੀ ਜਗ੍ਹਾ, ਹਾਈਡਰੋਜਨ ਦੀ ਜਗ੍ਹਾ ਜ਼ਿੰਕ ਨੂੰ ਯੂਜ਼ ਕੀਤਾ ਗਿਆ। ਸੋ ਕੁਝ ਇਹਦੇ ਬਾਰੇ ਪੁਆਇੰਟ ਸੀਗੇ। ਸੋ ਇੱਥੋਂ ਵੀ ਤੁਹਾਨੂੰ ਕਲੀਅਰ ਹੋ ਗਿਆ, ਹਾਈਡਰੋਜਨ ਐਨੋਡ ਕੰਪਾਰਟਮੈਂਟ 'ਚ ਜਾਂਦੀ ਹੈ, ਆਕਸੀਜਨ ਕੈਥੋਡ ਕੰਪਾਰਟਮੈਂਟ। ਸੋ ਇਹਦੀ ਆਕਸੀਡੇਸ਼ਨ ਹੋ ਗਈ, ਪਤਾ ਹੈ ਐਨੋਡ ਤੇ ਆਕਸੀਡੇਸ਼ਨ ਹੁੰਦੀ, ਕੈਥੋਡ ਤੇ ਰਿਡਕਸ਼ਨ ਹੁੰਦੀ। ਦਿਸ ਇਜ਼ ਦਾ ਰਿਐਕਸ਼ਨ। ਐਨੋਡ ਤੇ ਹਾਈਡਰੋਜਨ ਜਿਹੜਾ ਆ ਆਕਸੀਡਾਈਜ਼ ਹੋ ਗਿਆ, 2 ਇਲੈਕਟ੍ਰੋਨ ਲਾਸ ਕਰ ਦਿੱਤੇ। ਜਿਹੜਾ ਆਕਸੀਜਨ ਆ ਉਹਨੇ ਰਿਡਿਊਸ ਹੋ ਗਿਆ, ਉਹਨੇ ਇਲੈਕਟ੍ਰॉन्स ਲੈ ਲਏ। ਇਹ 2 ਨਾਲ ਬਾਹਰ ਮਲਟੀਪਲਾਈ ਕੀਤੀ ਹੈ, 2H2, ਇਹ ਵੀ 2 ਨਾਲ ਮਲਟੀਪਲਾਈ ਹੋ ਜਾਏਗਾ, 2 ਨਾਲ ਮਲਟੀਪਲਾਈ ਹੋ ਜਾਏਗਾ, 2 ਨਾਲ ਮਲਟੀਪਲਾਈ ਹੋ ਜਾਏਗਾ। ਤੁਸੀਂ ਓਵਰਆਲ ਰਿਐਕਸ਼ਨ ਯਾਦ ਰੱਖਣੀ ਮੇਨ। ਓਵਰਆਲ ਕੀ ਹੋਇਆ? ਹਾਈਡਰੋਜਨ 2H2 ਪਲੱਸ ਆਕਸੀਜਨ ਮਿਲਕੇ ਬਣ ਗਿਆ 2H2O ਲਿਕੁਇਡ। ਠੀਕ ਹੈ, ਇਹਨਾਂ ਨੂੰ ਜਦੋਂ ਆਪਾਂ ਕੈਂਸਲ ਆਊਟ ਕਰ ਦੇਵਾਂਗੇ ਆ ਰਿਐਕਸ਼ਨ ਬਣ ਜਾਊਗਾ। ਇਹ ਵੀ ਈਜ਼ੀ ਹੈਗੀ ਆ। ਹਾਈਡਰੋਜਨ ਆ, ਠੀਕ ਆ, ਹਾਈਡਰੋਜਨ ਇਹਦੇ ਵਿੱਚੋਂ ਕੀ ਕੀਤਾ? OH ਨੈਗੇਟਿਵ ਲੈ ਲਿਆ ਤੇ 2H2O ਪਲੱਸ 2 ਇਲੈਕਟ੍ਰੋਨ ਦਾ ਬੈਲੈਂਸ ਕਰਨ ਲਈ ਨਾ ਇੱਥੇ 2 ਨਾਲ ਮਲਟੀਪਲਾਈ ਕੀਤੀ ਆ, ਠੀਕ ਹੈ, ਨੇ 4 ਇਲੈਕਟ੍ਰੋਨ ਗੇਨ ਕਰਨੇ ਸੀ। ਠੀਕ ਹੈ, ਸੋ ਦਿਸ ਇਜ਼ ਦਾ ਰਿਐਕਸ਼ਨ। ਹੁਣ ਵੈਰੀ ਇੰਪੋਰਟੈਂਟ ਕੀ ਦੀ ਇੰਪੋਰਟੈਂਸ ਕੀ ਹੈ? ਸਭ ਤੋਂ ਪਹਿਲੀ ਗੱਲ ਕੀ ਆ? ਵੈਰੀ ਇੰਪੋਰਟੈਂਟ ਕਿ ਦੇ ਆਰ ਹਾਈਲੀ ਐਫੀਸ਼ੀਐਂਟ। ਹਾਈ ਐਫੀਸ਼ੀਐਂਸੀ ਲਿਖ ਲਓ, ਹਾਈ ਐਫੀਸ਼ੀਐਂਸੀ। ਹਾਈ ਐਫੀਸ਼ੀਐਂਸੀ ਮਤਲਬ ਕਿ ਇਹਦੇ ਵਿੱਚ ਨਾ
डायरैक्ट जी कंबशन तो एनर्जी डायरैक्ट किहड़े किच कन्वर्ट होगी इलैक्ट्रिकल एनर्जी दे विच बहुत एफिशिएंट आ मतलब कि कह लो ਅਸੀਂ एक्सपैक्ट करते हैं कि 100% ही एफिशिएंट होंगे बट कोई चीज 100% एफिशिएंट नहीं दैट मीनस सिंपल सैल नालों ये वधिया आ 60 to 70% ਜਿਹੜੇ एफिशिएंट हैगे जो आम कोई सैल ਦੀ ਗੱਲ ਕਰੀਏ सिर्फ 40% ਜਿਹੜੇ एफिशिएंट ਹੁੰਦੇ ਇਸ ਤੋਂ ਜ਼ਿਆਦਾ ਨਹੀਂ मतलब उन्होंने एफिशिएंसी इन्नी मतलब इनपुट वर्सिस आउटपुट जे आप देखिए ये सानू 70 दी तक भी आउटपुट मिल जाती वधिया बहुत वधिया अचीवमेंट हैगी कि इन्नी ज्यादा आउटपुट लैनी किसी सैल तो ठीक है सो बहुत ज्यादा हाईली की हैगे ने ये एफिशिएंट हैगे ने क्यों क्योंकि ये लॉस कोई ज्यादा है नहीं डायरैक्ट जी एनर्जी है डायरैक्ट ये कन्वर्ट हो जाती इलैक्ट्रिकल एनर्जी। दूसरा है दे आर द कंटिन्यूअस सोर्स ऑफ एनर्जी कंटिन्यूअस सोर्स ऑफ एनर्जी कंटिन्यूअस मतलब कि ये कोई सानू जो ऑर्डनरी बैटरी आ या सैल रिप्लेसमेंट करने पैंदे इदा च कोई इलैक्ट्रोड सानू रिप्लेस नहीं करना पैंदा इसलिए कंटिन्यूअस वर्क करता रहता जो तक तुसी रिएक्टेंट अपना फैड करी जाओ उदों तक इन्हें वर्क करी जाना सो कंटिन्यूअस इस करके स्पेस क्राफ्ट यूज करते ठीक है जी सो ये कोई रिप्लेसमेंट सानू करन दी जेहड़ी आ नीड नहीं हुंदी इलैक्ट्रोड्स नूं इस करके कंटिन्यूअसली वर्क करते रहंदे एज लॉन्ग एज जो तक तुसी रिएक्टेंट फैड करी जाओगे उदों तक इन्हें वर्क करी जाना इस करके आपां इन्हां नूं स्पेस क्राफ्ट दे विच भी यूज करदे हां। एंड द थर्ड इज वेरी इंपॉर्टेंट पॉइंट बहुत जो वधिया इहदी खासियत हैगी आ कि इहदे पोल्यूशन फ्री वर्किंग है इन्हां दी मतलब इन्वायरमेंट फ्रेंडली हैगी इन्हां च कोई बाय प्रोडक्ट इदां दा नहीं जिन्हां इन्वायरमेंट नूं कोई पोल्यूशन होवे ठीक है सो की आ पोल्यूशन फ्री वर्किंग इन्हां दी ਇਹਦੀ ਨਾ ਇੰਪੋਰਟੈਂਸ ਬਹੁਤ ਜ਼ਰੂਰੀ ਹੈਗੀਆਂ ਪੇਪਰ 'ਚ ਪੁੱਛੀਆਂ ਜਾ ਸਕਦੀਆਂ ਕਿ ਕਿਹੜੇ ਕਿਹੜੇ ਕੀ ਐਡਵਾਂਟੇजेस ਕੀ ਆ ਕਿਉਂ ਅਸੀਂ ਇਹ ਸੈੱਲ ਯੂਜ਼ ਕਰਦੇ ਆ ਕਿਉਂ ਕਿਉਂਕਿ ਫਰਸਟ ਇਜ਼ ਦੇ ਆਰ ਹਾਈਲੀ ਐਫੀਸ਼ੀਐਂਟ मतलब ਜਿੰਨੀ ਇਨਪੁਟ ਦਿੰਨੇ ਆ मतलब ਕਾਫੀ ਸਾਨੂੰ ਆਊਟਪੁੱਟ ਮਿਲ ਜਾਂਦੀ ਉਹਦੇ ਕੰਪੈਰੀਜ਼ਨ ਦੇ ਵਿੱਚ ਦੂਸਰਾ ਦੇ ਆਰ ਕੰਟੀਨਿਊਸ ਸੋਰਸ ਆਫ એનર્ਜੀ ਕੋਈ ਬ੍ਰੇਕੇਜ ਨਹੀਂ ਹੈਗੀ ਕੰਟੀਨਿਊਸਲੀ ਵਰਕ ਕਰਦੇ ਆ ਇਸ ਲਈ ਇਹਨਾਂ ਨੂੰ ਸਪੇਸਕ੍ਰਾਫਟ ਦੇ ਵਿੱਚ ਵੀ ਆਪਾਂ ਯੂਜ਼ ਕਰਦੇ ਆ ਥਰਡ ਇਜ਼ ਇਹਨਾਂ 'ਚ ਕੋਈ ਇਦਾਂ ਦਾ ਬਾਈ ਪ੍ਰੋਡਕਟ ਨਹੀਂ ਹੈਗਾ ਜਿਹਨਾਂ এনवायरमेंट ਨੂੰ ਬਹੁਤ ਨੁਕਸਾਨ ਹੋਵੇ ਦੈਟ ਮੀਨਸ ਦੇ ਆਰ এনवायरमेंट फ्रेंडली So these are important point about the hydrogen oxygen fuel cell and last is एक इत्थे होर सीगा कि ਜਿਹੜੇ ਅਸੀਂ porous carbon electrodes ਲਾਏ ਹੋਏ ਆ ਇਹਨਾਂ ਵਿੱਚ ਅਸੀਂ ਕੈਟਾਲਿਸਟ ਐਜ਼ ਯੂਜ਼ ਕਰਦੇ ਪਲੈਟੀਨਮ ਵਗੈਰਾ ਜਾਂ ਸਿਲਵਰ ਠੀਕ ਹੈ ਸੋ ਇਹਨਾਂ ਨੂੰ ਵੀ ਆਪਾਂ ਐਜ਼ ਅ ਕੈਟਾਲਿਸਟ ਵਿੱਚ ਯੂਜ਼ ਕਰਦੇ ਪੁਆਇੰਟ ਨੋਟ ਕਰਨਾ ਸੋ ਇੱਕ ਵਾਰੀ ਕਨਕਲੂਡ ਕਰ ਲਈਏ ਕਿ ਇਹ ਕੀ ਕਰਦੇ ਆ ਜਿਹੜੀ ਹਾਈਡਰੋਕਾਰਬਨਸ ਆ ਉਹਨਾਂ ਤੋਂ ਜਿਹੜੀ ਡਾਇਰੈਕਟ ਜਿਹੜੀ ਮਤਲਬ ਜਿਹੜੇ ਫਿਊਲ ਇਹਨਾਂ ਤੋਂ ਕੰਬਸ਼ਨ ਹੋ ਕੇ એનર્ਜੀ ਨਿਕਲੀ ਉਹਨੂੰ ਡਾਇਰੈਕਟ ਵਿੱਚ ਕਨਵਰਟ ਕਰ ਦਿੱਤਾ ਇਲੈਕਟ੍ਰੀਕਲ એનર્ਜੀ ਦੇ ਵਿੱਚ तीन तरह दी अल्कली फ्यूल सैल फॉस्फोरिक एसिड फ्यूल सैल एंड मोल्टन कार्बोनेटेड फ्यूल सैल एक आपां कीता ZAFC जिंक एयर फ्यूल सैल जिहड़ा यूएसए च बनिया एज अ आपां सोर्स ऑफ पावर यूज करदे इन द ऑटोमोबाइल्स दे विच जिहदे विच हाइड्रोजन इज रिप्लेस्ड बाय जिंक उस तो बाद आपां इहदियां रिएक्शंस कीतियां कि कॉमन H2O2 फ्यूल सैल है H2 जिहड़ा वो एनोड कंपार्टमेंट च जांदा इस करके इहदी ऑक्सीडेशन हुंदी है दूसरे पासे ऑक्सीजन दी की हुंदी है रिडक्शन हुंदी वो रिड्यूस हो जाता है रिएक्शन ओवरऑल 2H2 plus O2 gives 2H2O ये वाली रिएक्शन याद रखनी है ते इंपॉर्टेंस एरिया बहुत इंपॉर्टेंट है वो जरूर याद रखनी है ठीक है सो दिस इज ऑल अबाउट द फ्यूल सेल जे तुहानू वीडियो पसंद है लाइक एंड कमेंट जरूर करिया करो थैंक्स फॉर वाचिंग द वीडियो।